ਤਾਂ ਲੁਧਿਆਣਾ ਵਾਸੀਆਂ ਦੇ ਲਈ ਇੱਕ ਵਾਰ ਫਿਰ ਤੋਂ ਖੁਸ਼ੀ ਦੀ ਖਬਰ ਲੈ ਕੇ ਸਾਹਮਣੇ ਆਇਆ। ਦੱਸ ਦਈਏ ਕਿ ਲੁਧਿਆਣਾ ਸ਼ਹਿਰ ਦੇ ਵਾਸੀਆਂ ਦੇ ਲਈ ਹੁਣ ਇੱਕ ਵਾਰ ਫਿਰ ਤੋਂ ਜੋ ਸਿੱਧੀ ਉਡਾਨ ਹੈ ਦਿੱਲੀ ਟੂ ਐਂਡ ਫਰੋਮ ਇੱਕ ਵਾਰ ਫਿਰ ਤੋਂ ਰਿਜ਼ਿਊਮ ਹੋ ਚੁੱਕੀ ਹੈ। 3 ਸਾਲਾਂ ਤੋਂ ਵੱਧ ਸਮੇਂ ਤੱਕ ਦੇ ਲਈ ਬੰਦ ਰਹੀ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਇਸ ਮੁੜ ਤੋਂ ਇਸ ਦਾ ਆਗਾਜ਼ ਜਿਹੜਾ ਕਿ ਹੋ ਚੁੱਕਾ ਹੈ। ਗੱਲ ਕਰਨ ਲਈ ਮਨੀਸ਼ ਜੀ ਮੌਜੂਦ ਹੈ। ਮਨੀਸ਼ ਜੀ, ਕਿਵੇਂ ਦੇਖਦੇ ਹੋ ਇੱਕ ਵਾਰ ਫਿਰ ਤੋਂ ਜਿਹੜੀ ਟੂ ਐਂਡ ਫਰੋਮ ਦਿੱਲੀ ਫਲਾਈਟ ਸ਼ੁਰੂ ਹੋ ਚੁੱਕੀ ਹੈ, ਇੰਡਸਟਰੀ ਨੂੰ ਫ੍ਰੀਕੁਐਂਟ ਟਰੈਵਲਰਸ ਨੂੰ बेहद ਜਿਹੜੀ ਕਿ सहूलत रहने वाली है? बिल्कुल खुशी की गल तो हैगी है, लेकिन एक गल है पहला लुधियाने तो 72 सीटर प्लेन जाता सीगा ਤੇ ਉਹ ਜਿਹੜਾ ਪਲੇਨ ਸੀਗਾ 3 ਸਾਲ ਪਹਿਲਾਂ ਕੋਵਿਡ ਦੇ ਦੌਰਾਨ ਬੰਦ ਹੋਇਆ। ਉਹ ਵੀ ਕਾਫੀ ਅੱਛੀ ਉਹਦੀ ਜਿਹੜੀ ਫਲਾਈਟ ਦੀ ਫ੍ਰੀਕੁਐਂਸੀ ਵੀ ਸੀਗੀ, ਉਸ ਤੋਂ ਇਲਾਵਾ ਜਿਹੜਾ ਲੋਡ ਵੀ ਸੀਗਾ ਉਹ ਵੀ ਅੱਛੇ ਪੈਸੇਂਜਰਸ ਜਿਹੜੇ ਸੀਗੇ ਉਹ ਜਾਂਦੇ ਸੀਗੇ ਉੱਥੇ। ਤੇ ਹੁਣ ਜਿਹੜਾ 19 ਸੀਟਰ ਪਲੇਨ ਚਾਲੂ ਹੋਇਆ, ਇੱਕ ਤਾਂ ਸੀਟਾਂ ਘੱਟ ਨੇ, ਦੂਜੀ ਗੱਲ ਇਹ ਹੈ ਕਿ गाजियाबाद जा रहा है। गाजियाबाद यानी कि दिल्ली का ईस्ट वाला पासा रेलवे स्टेशन उस पासे जिहड़ा है उत्थे जिहड़े लोकी जांदे ने उन्हां लई कन्वीनियंट आ जिन्हां ने नोएडा जाना है। लेकिन जिहड़े लोकी दिल्ली एयरपोर्ट जाना चाहते हैं, इंदिरा गांधी इंटरनेशनल एयरपोर्ट अगे फ्लाइट लेना चाहते हैं, उन्होंने इसका फायदा बहुता नहीं होंदा होया दिस रहा। लेकिन फिर भी खुशी की गल है बहुत ज्यादा, क्योंकि फ्लाइट तो चलो घट्टो घट चालू हुई है, भावें 19 सीटर ही सही। किसी ने अगर जाना है, कई लोग जिहड़े लुधियाने आना चाहते हैं तो बाय एयर आना चाहते हैं, क्योंकि कई बार औखा हो जाता बाय ट्रेन जिहड़े बाहरों लोग आए होंदे ने, जिहड़े बिजनेसमैन होंदे ने उन्हां दे लई। लेकिन सब तो वड्डी प्रॉब्लम यही फिर तो मैं कहांगा, जे इंदिरा गांधी इंटरनेशनल एयरपोर्ट ते लैंड करते हैं, फिर उन्होंने घंटा डेढ़ पहला गाजियाबाद जाके फ्लाइट लैन तो उन्हां लई भी शायद इन्ना प्रैक्टिकल नहीं होवेगा। पर उन्हां लोकां लई जिन्हां ने दिल्ली तो लुधियाने आना है ਉਹ ਲੋਕੀ ਇਹ ਫਲਾਈਟ ਨੂੰ ਲੈ ਸਕਦੇ ਨੇ। ਪਰ ਟੂ ਐਂਡ ਫਰੋ ਜਿਹੜਾ ਅੱਗੇ ਜਾਣ ਵਾਲਾ ਟਰੈਵਲ ਹੈ ਉਹਦਾ ਬਹੁਤਾ ਫਾਇਦਾ ਹੁੰਦਾ ਹੋਇਆ ਨਹੀਂ ਦਿਸ ਰਿਹਾ। ਤੇ ਇਸ ਤੋਂ ਇਲਾਵਾ ਫਲਾਈਟ ਜ਼ਰੂਰ ਕੱਲ ਚਾਲੂ ਹੋਈ। ਭਗਵੰਤ ਮਾਨ ਨੇ ਵੀ ਆਖਿਆ ਕਿ ਲੁਧਿਆਣੇ ਨੂੰ 2 에ਅਰਪੋਰਟ ਮਿਲਣ ਜਾ ਰਹੇ ਨੇ। ਸਾਨੇਵਾਲ ਛੋਟਾ 에ਅਰਪੋਰਟ ਹੈ, ਹਲਵਾਰੇ ਤੋਂ ਬਾਕੀ ਫਲਾਈਟਾਂ ਜਿਹੜੀਆਂ ਚਾਲੂ ਹੋਣਗੀਆਂ ਇੰਟਰਨੈਸ਼ਨਲ ਦੀ ਗੱਲਾਂ ਹੋ ਰਹੀਆਂ। इंटरनेशनल तो पहला ਜਿਹੜੀਆਂ ਫਲਾਈਟਾਂ ਜੋ ਉਹਨਾਂ ਨੇ ਆਖਿਆ ਕਿ ਜਿੱਦਾਂ ਦੀਆਂ ਫਲਾਈਟਾਂ ਕਲਕੱਤਾ, ਗੋਆ, ਬੈਂਗਲੌਰ, ਬੰਬੇ ਇਦਾਂ ਦੀ ਫਲਾਈਟਾਂ ਚਾਲੂ ਹੋ ਸਕਦੀਆਂ ਨੇ। ਦਿੱਲੀ ਦੀਆਂ ਹੋਰ ਵੱਡੇ ਪਲੇਨ ਤੋਂ ਫਲਾਈਟਾਂ ਹਲਵਾੜਾ ਤੋਂ ਮਿਲ ਸਕਦੀਆਂ ਨੇ, ਲੇਕਿਨ ਉਹਨੂੰ ਅਜੇ 3-4 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਲੇਕਿਨ ਹਾਲ ਦੀ ਘੜੀ ਸਾਨੇਵਾਲ ਤੋਂ ਗਾਜ਼ੀਆਬਾਦ ਦੀ ਜਿਹੜੀ ਫਲਾਈਟ ਚਾਲੂ ਹੋਈ ਹੈ, ਸਾਨੇਵਾਲ ਤੋਂ ਹੋ ਵੀ ਹੋਰ ਫਲਾਈਟਾਂ ਹੋ ਸਕਦੀਆਂ ਨੇ। ਪਰ 19 ਸੀਟਰ ਪਲੇਨ ਇਜ਼ ਅ ਡਿਸਐਡਵਾਂਟੇਜ। ਇਸ ਤੋਂ ਇਲਾਵਾ ਗਾਜ਼ੀਆਬਾਦ ਜਿਹੜਾ ਹੈ ਦਿੱਲੀ ਦੇ ਇੱਕ ਕੋਨੇ ਤੇ ਹੈ, ਉਹ ਜਿਹੜੀ ਇੱਕ ਡਿਸਐਡਵਾਂਟੇਜ ਹੈਗੀ ਹੈ। ਪਰ ਫਿਰ ਵੀ ਇਹ ਹੈ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਇਹ ਆਖਿਆ ਜਾਂਦਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸੋ ਹਲਵਾੜੇ ਨੂੰ ਅਜੇ ਸਮਾਂ ਲੱਗ ਸਕਦਾ ਹੈ। ਸਾਨੇਵਾਲ ਜਿਹੜਾ ਇਸ ਚਾਲੂ ਹੋਇਆ ਤਾਂ ਇਹ ਖੁਸ਼ੀ ਦੀ ਗੱਲ ਲੁਧਿਆਣਾ ਵਾਸੀਆਂ ਵਾਸਤੇ ਜ਼ਰੂਰ ਹੈਗੀ। ਹਾਲਾਂਕਿ ਜੇ ਦੇਖਿਆ ਜਾਵੇ ਜਿਹੜੀ ਫਲਾਈਟ ਹੈ ਇਨੌਗਰਲ ਫਲਾਈਟ ਉਹ 6 ਘੰਟੇ ਡਿਲੇ ਦੇ ਨਾਲ ਜਿਹੜੀ ਕਿ ਚਲਾਈ ਗਈ ਹੈ, ਉਹ ਤਾਂ ਡਿਲੇ ਨਾਲ ਚੱਲੀ ਹੈ ਡੈਫੀਨਿਟਲੀ। ਜਿਹੜਾ ਟਾਈਮਿੰਗ ਹੈ ਲੁਧਿਆਣੇ ਤੋਂ 11:10 ਦਾ ਟਾਈਮਿੰਗ ਹੈ ਤੇ ਉਹ ਜਿਹੜੀ ਫਲਾਈਟ ਆਈ ਥਿੰਕ 3 ਵਜੇ ਦੇ ਆਸ-ਪਾਸ 3-4 ਵਜੇ ਭਗਵੰਤ ਮਾਨ ਨੇ ਫਲੈਗ ਆਫ ਕੀਤੀ, ਕਿਉਂਕਿ ਆਈ ਲੇਟ ਹੈ। ਕਾਰਨ ਇਹਦਾ ਇਹ ਰਿਹਾ ਜਿਹੜੇ ਜਨਰਲ ਵੀਕੇ ਸਿੰਘ ਸਿਵਲ ਐਵੀਏਸ਼ਨ ਜਿਹੜੇ ਮਿਨਿਸਟਰ ਹੈਗੇ ਨੇ, ਮਿਨਿਸਟਰ ਆਫ ਸਟੇਟ ਯਾਨੀ ਕਿ ਜਿਹੜੇ ਤਾਂ ਜੋਤਿਰਾਦਿੱਤਿਆ ਸਿੰਧਿਆ ਹੁੰਦੇ ਨੇ ਸਿਵਲ ਐਵੀਏਸ਼ਨ ਕੈਬਨਿਟ ਰੈਂਕ ਦੇ ਨਾਲ, ਤੇ ਉਹਨਾਂ ਦੇ ਜਿਹੜੇ ਅਸਿਸਟੈਂਟ ਕਹਿ ਸਕਦੇ ਆਪਾਂ ਮਿਨਿਸਟਰ ਜਨਰਲ ਵੀਕੇ ਸਿੰਘ ਜੋ ਕਿ ਸਾਡੀ ਆਰਮੀ ਦੇ ਵਿੱਚ ਵੀ ਰਹਿ ਚੁੱਕੇ ਨੇ, ਚੀਫ ਰਹਿ ਚੁੱਕੇ ਨੇ, ਤੇ ਉਹ ਮਿਨਿਸਟਰ ਆਫ ਸਟੇਟ ਹੈਗੇ ਨੇ ਸਿਵਲ ਐਵੀਏਸ਼ਨ ਦੇ ਉਡਾਨ ਦੇ ਮੰਤਰੀ, ਤੇ ਉਹ ਕਿਸੇ ਕਾਰਨਾਂ ਕਰਕੇ ਲੇਟ ਸੀਗੇ, ਇਸ ਕਰਕੇ ਫਲਾਈਟ ਨੂੰ ਲੇਟ ਕੀਤਾ ਗਿਆ। ਲੇਕਿਨ ਉਸ ਤੋਂ ਵੀ ਜਿਹੜੀ ਮਾੜੀ ਗੱਲ ਹੋਈ ਹੈ, ਜਿਹੜੀ ਅੱਜ ਦੀ ਫਲਾਈਟ ਸੀ ਉਹ ਵੀ ਕਿਨੇ ਅਣਦੱਸੇ ਕਾਰਨਾਂ ਕਰਕੇ ਉਹ ਵੀ ਕੈਂਸਲ ਹੋਈ ਹੈ। ਮੈਨੂੰ ਕਿਸੇ ਦਾ ਫੋਨ ਵੀ ਆਇਆ ਕਿ ਉਹਨਾਂ ਨੇ ਫਲਾਈਟ ਬੁੱਕ ਕਰਾਈ ਹੋਈ ਸੀਗੀ, ਉਹਨਾਂ ਨੂੰ ਕੋਈ ਇਨਫੋਰਮੇਸ਼ਨ ਵੀ ਨਹੀਂ ਦਿੱਤੀ ਗਈ, ਉਹਨਾਂ ਨੇ ਆਪ ਕਨਫਰਮ ਕਰਨ ਲਈ ਕਾਲ ਕੀਤਾ, ਉਹਨਾਂ ਦੀ ਫਲਾਈਟ ਜਿਹੜੀ ਹੈ ਉਹ ਕੈਂਸਲ ਸੀਗੀ ਤੇ ਉਹਨਾਂ ਨੂੰ ਕੋਈ ਜਾਣਕਾਰੀ ਜਿਹੜੀ ਹੈ ਨਹੀਂ ਦਿੱਤੀ ਗਈ। ਸੋ ਇਟਸ ਅ ਬੈਡ ਸਟਾਰਟ ਜੀ। यानी कि पहले दिन 6 घंटे लेट, दूसरे दिन फ्लाइट उड़ी नहीं। सो इट्स अ वेरी बैड स्टार्ट जी। ਤੇ ਕੀ ਲੱਗਦਾ ਕਿ ਇਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੇ ਹੋਣ ਦੇ ਚਾਂਸਸ ਰਹਿਣਗੇ ਲੋਕਾਂ ਦੇ ਦਿਲਾਂ ਦੇ ਵਿੱਚ? ਦੇਖੋ ਮੈਂ ਫਲਾਈਟ ਦੇਖ ਰਿਹਾ ਸੀਗਾ, ਬੁਕਿੰਗ 1000 ਰੁਪਏ ਦੀ ਹੋ ਰਹੀ ਹੈ, ਖੁਸ਼ੀ ਦੀ ਗੱਲ ਹੈ। ਸੈਟਰਡੇ ਦੀ ਵੀ ਫਲਾਈਟ ਦੀ ਬੁਕਿੰਗ ਹੈਗੀ ਹੈ, ਪਰ ਜੇ ਫਲਾਈਟ ਫਿਰ ਬਿਨਾਂ ਦੱਸੇ ਕਾਰਨਾਂ ਤੋਂ ਕੈਂਸਲ ਹੋਏਗੀ ਫਿਰ ਤਾਂ ਕੋਈ ਫਾਇਦਾ ਨਹੀਂ ਹੈ। ਲੁਧਿਆਣੇ ਪਹਿਲਾਂ ਵੀ ਇਦਾਂ ਹੁੰਦਾ ਰਿਹਾ, ਜਦਕਿ ਲੁਧਿਆਣਾ 에ਅਰਪੋਰਟ 1982 ਤੋਂ 80s ਦੇ ਵਿੱਚ ਚਾਲੂ ਹੈ। ਵਾਯੂਦੂਤ ਦੀ ਫਲਾਈਟ ਦੇ ਉੱਪਰ ਆਈ ਰਿਮੈਂਬਰ ਮਾਈ ਗ੍ਰੈਂਡਫਾਦਰ took that flight during 84 riots। ਉਦੋਂ ਦਿੱਲੀ ਤੋਂ ਲੁਧਿਆਣਾ ਵਾਯੂਦੂਤ ਦੀ ਫਲਾਈਟ ਤੇ ਆਏ ਆ, 80s ਦੇ ਵਿੱਚ ਫਲਾਈਟ ਸੀਗੀ, ਹਜੇ ਤੱਕ ਵੀ ਅਸੀਂ ਉੱਥੇ ਬੈਠੇ ਜੀ। ਉਹ 19 ਸੀਟਰ ਪਲੇਨ, ਉਹ ਵੀ ਵਿਦਆਊਟ ਐਨੀ ਅਫੀਸ਼ੀਅਲ ਇਨਫੋਰਮੇਸ਼ਨ ਜਿਹੜਾ ਕਿ ਕੈਂਸਲ ਕਰ ਦਿੱਤਾ। ਬਿਲਕੁਲ। ਸੋ ਵੈਰੀ ਅਨਪ੍ਰੋਫੈਸ਼ਨਲ।
ਤੇ ਇਦਾਂ ਦੀ ਅਗਰ ਸਿਚੁਏਸ਼ਨ ਬਣਦੀ ਹੈ, ਅਗਰ ਘੱਟੋ ਘੱਟ ਇਨਫੋਰਮ ਤਾਂ ਕਰਨਾ ਚਾਹੀਦਾ। ਪਹਿਲਾਂ DVR ਇਕਵਿਪਮੈਂਟ ਨਹੀਂ ਸੀਗਾ, ਕਈ ਵਾਰੀ ਇਦਾਂ ਹੁੰਦਾ ਸੀ ਕਿ ਫਲਾਈਟ ਵਿਜ਼ਿਬਿਲਿਟੀ ਕਰਕੇ ਨਹੀਂ ਉੱਡ ਪਾਉਂਦੀ ਸੀ ਤੇ ਇੱਥੇ ਲੋਕਾਂ ਨੂੰ ਗੱਡੀਆਂ ਤੇ ਫਿਰ ਭੇਜਿਆ ਜਾਂਦਾ ਸੀ। ਜੇ ਇਦਾਂ ਹੀ ਚੱਲਣਾ ਫਿਰ ਤਾਂ ਇਹ ਸਕਸੈਸਫੁਲ ਨਹੀਂ ਹੋਏਗਾ। ਉੱਥੇ ਦੂਜੇ ਪਾਸੇ ਜਿਹੜਾ ਕੀ ਹੈ, ਭਗਵੰਤ ਮਾਨ ਹੋਰਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਫਲਾਈਟ ਦੇ ਚਾਰजेस ਨੇ ਉਹ 3000 ਜਗ੍ਹਾ ਮਹਿਜ਼ 999 रुपए ਰਹਿਣਗੇ। ਬਿਲਕੁਲ 1048 रुपए ਜਿਹੜੇ ਚਾਰजेस ਨੇ ਪਹਿਲੇ 3 ਮਹੀਨੇ ਉਹ ਮੇਰੇ ਖਿਆਲ ਅਗਰ 2-3000 ਵੀ ਹੁੰਦੇ ਲੁਧਿਆਣੇ ਤੋਂ ਜਿਹੜੇ 19 ਲੋਕਾਂ ਨੇ ਜਾਣਾ ਉਹਨਾਂ ਨੇ ਦੇ ਦੇਣਾ ਸੀ। ਪਰ ਠੀਕ ਹੈ, ਸਰਕਾਰ ਦਾ ਅੱਛਾ ਕਦਮ ਹੈ ਤਾਂ ਕਿ ਸ਼ੁਰੂ ਤੋਂ ਹੀ ਆਕੂਪੈਂਸੀ ਫੁੱਲ ਜਾਵੇ ਤੇ ਜਿਹੜਾ ਵੀ ਨੁਕਸਾਨ ਹੈ ਉਹ ਸਰਕਾਰ ਭਰੇਗੀ। ਇਹਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਫਲਾਈਟ ਦੀ ਰੈਗੂਲਰਿਟੀ ਪੂਰੀ ਹੋਵੇ। ਇਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਤੁਸੀਂ ਭਾਵੇਂ 2000 ਲੈ ਲਓ, 2500 ਲੈ ਲਓ, 3000 ਲੈ ਲਓ, ਪਰ ਫਲਾਈਟ ਇੱਕ ਤਾਂ ਕੈਂਸਲ ਨਹੀਂ ਹੋਣੀ ਚਾਹੀਦੀ ਤੇ ਐਵਰੀ ਡੇ ਫਲਾਈਟ ਹੋਣੀ ਚਾਹੀਦੀ ਹੈ ਤਾਂ ਟਾਈਮਿੰਗ ਉਹਦਾ ਸਹੀ ਹੋਣਾ ਚਾਹੀਦਾ। ਫਿਰ ਲੋਕਾਂ ਨੂੰ 1000-2000 ਰੁਪਏ ਨਹੀਂ ਚਾਹੀਦੇ ਤਾਂ ਉਹ ਜਿਹੜੇ ਲੋਕਾਂ ਨੇ ਜਾਣਾ ਬਾਏ 에ਅਰ ਉਹ ਦੇ ਦੇਣਗੇ 2000 ਵੀ 3000 ਵੀ ਦੇ ਦੇਣਗੇ। ਪਰ ਜੇ ਫਲਾਈਟ ਹੀ ਕੈਂਸਲ ਹੋਵੇਗੀ ਜਿੱਦਾਂ ਹੁਣ ਹੋਈ ਹੈ ਦੈਨ ਇਟ ਇਜ਼ ਯੂਜ਼ਲੈਸ ਜੀ। ਸੋ ਟਾਈਮਿੰਗ ਜਿਹੜੇ ਨੇ ਉਹ ਲੈਂਡਿੰਗ ਦੇ ਔਰ ਟੇਕ ਆਫ ਦੇ ਜਿਹੜੇ ਕਿ ਸਹੀ ਹੋਣੇ ਚਾਹੀਦੇ ਆ। ਟਾਈਮਿੰਗ ਤੋਂ ਇਲਾਵਾ ਰੈਗੂਲਰਿਟੀ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਵਿੱਚ ਜਿਹੜਾ 3 ਸਾਲ ਪਹਿਲਾਂ ਫਲਾਈਟ ਸੀ ਉਹਦੀ ਰੈਗੂਲਰਿਟੀ ਬਣ ਗਈ ਸੀਗੀ। ਲੇਕਿਨ ਉੱਥੇ ਕੀ ਦਿੱਕਤ ਆ ਰਹੀ ਸੀ, DVOR ਇਕਵਿਪਮੈਂਟ ਪਹਿਲਾਂ ਲੱਗਿਆ ਨਹੀਂ ਹੋਇਆ ਸੀਗਾ। ਫਲਾਈਟ ਵਿਜ਼ਿਬਿਲਿਟੀ ਰੂਲਸ ਦੇ ਹਿਸਾਬ ਨਾਲ ਫਲਾਈਟ ਉੜਦੀ ਸੀਗੀ ਤੇ ਥੋੜਾ ਜਿਹਾ ਵੀ ਧੁੰਦ ਹੋ ਜਾਏ ਜਾਂ ਸਮੌਗ ਹੁੰਦੀ ਹੈ ਲੁਧਿਆਣੇ ਥੋੜੀ ਜੀ, ਤੁਹਾਨੂੰ ਪਤਾ ਇੰਡਸਟਰੀਅਲ ਪੋਲਿਊਸ਼ਨ ਦੇ ਕਰਕੇ ਵੀ ਫਲਾਈਟਾਂ ਕੈਂਸਲ ਹੋਈਆਂ। ਮੈਂ ਕਿਸੇ ਰਿਲੇਟਿਵ ਨੂੰ ਛੱਡਣ ਗਿਆ ਸੀਗਾ ਤੇ ਉੱਥੇ ਫਲਾਈਟ ਜਿਹੜੀ ਹੈਗੀ ਹੈ ਕੈਂਸਲ ਹੋ ਗਈ, ਜਦਕਿ ਅਸੀਂ ਚਾਨਣਾ ਸੀਗਾ ਪੂਰਾ ਸ਼ਾਮੀ 4 ਵਜੇ ਦਾ ਟਾਈਮ ਹੋਣਾ। ਪੋਲਿਊਸ਼ਨ ਕਰਕੇ ਤੋਂ ਵਿਜ਼ਿਬਿਲਿਟੀ ਕਰਕੇ ਬੇਸਿਕਲੀ ਵਿਜ਼ਿਬਿਲਿਟੀ ਨਹੀਂ ਸੀਗੀ ਤੇ ਉੱਥੇ ਨੂਰਾ ਸਿਸਟਰਸ ਵਗੈਰਾ ਸਾਰੇ ਜਿਹੜੇ ਟਰੈਵਲ ਕਰ ਰਹੇ ਸੀਗੇ ਉਹਨਾਂ ਨੂੰ ਬਾਏ ਰੋਡ ਫਿਰ ਭੇਜਿਆ ਗਿਆ। ਸੋ ਵਾਟ ਇਜ਼ ਦ ਯੂਜ਼ ਆਫ ਦੈਟ? ਸੋ ਅਗਰ ਤਾਂ ਇਦਾਂ ਵਿਜ਼ਿਬਿਲਿਟੀ ਜਾਂ ਫਿਰ ਹੋਰ ਟੈਕਨੀਕਲ ਕਾਰਨਾਂ ਕਰਕੇ ਫਲਾਈਟ ਕੈਂਸਲ ਹੋਏਗੀ ਤਾਂ ਇਟਸ ਨਾਟ ਗੋਇੰਗ ਟੂ ਬੀ ਸਕਸੈਸਫੁਲ। ਲੇਕਿਨ ਜੇਕਰ ਠੀਕ ਸਿਸਟਮ ਨਾਲ ਚੱਲਦੀ ਹੈ ਤਾਂ ਇੰਡਸਟਰੀਜ਼ ਨੂੰ ਜਾਂ ਫ੍ਰੀਕੁਐਂਟ ਟਰੈਵਲਰਸ ਨੂੰ ਕਾਫੀ ਬੈਨੀਫਿਟ ਰਹਿਣ ਵਾਲਾ ਹੈ। ਡੈਫੀਨਿਟਲੀ ਮੈਨੂੰ ਪੂਰੀ ਉਮੀਦ ਹੈ ਇਸ ਵਾਰ ਠੀਕ ਸਿਸਟਮ ਨਾਲ ਚੱਲੇਗੀ। ਜਿੱਦਾਂ ਭਗਵੰਤ ਮਾਨ ਨੇ ਕਿਹਾ, ਭਗਵੰਤ ਮਾਨ ਬਹੁਤ ਜ਼ਿਆਦਾ ਇਸ ਵਾਰੀ ਹੋਪਫੁਲ ਨੇ। ਉਹਨਾਂ ਨੇ 2 에ਅਰਪੋਰਟ ਦਾ ਜਿਹੜਾ ਹਵਾਲਾ ਹੈ ਦਿੱਤਾ ਹੈ ਤੇ ਜਿਸ ਤਾਮ ਝਾਮ ਨਾਲ ਇਹ ਚਾਲੂ ਹੋਈ ਹੈ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੀ ਕੈਂਸਲੇਸ਼ਨ ਨਹੀਂ ਦੇਖਾਂਗੇ ਐਂਡ ਇਟ ਵਿਲ ਬੀ ਅ ਗੁੱਡ ਸਰਵਿਸ। ਕਿਉਂਕਿ 19 ਲੋਕੀ ਗਾਜ਼ੀਆਬਾਦ ਦੇ ਲਈ ਆਈ ਥਿੰਕ ਡੋਂਟ ਥਿੰਕ ਕਿ ਪ੍ਰੋਬਲਮ ਆਉਣ ਵਾਲੀ ਹੈ, ਜਦਕਿ ਫਿਰ ਵੀ ਇੰਨਾ ਘੱਟ ਹੈ। ਬਿਲਕੁਲ ਉਹਨਾਂ ਨੇ ਸਹੀ ਕਿਹਾ, ਬੱਸ ਦਾ ਕਿਰਾਇਆ ਹੀ ਆਲਮੋਸਟ ਤੁਸੀਂ ਵੋਲਵੋ ਬੱਸ ਲਓ 700-800 ਰੁਪਏ ਦੀ ਤੁਹਾਨੂੰ ਦਿੱਲੀ ਟਿਕਟ ਮਿਲਦੀ ਹੈ। ਜੇ ਤੁਸੀਂ 에ਅਰਪੋਰਟ ਵਾਲੀ ਬੱਸ ਲੈਂਦੇ ਹੋ ਹੋਰ ਵੀ ਜ਼ਿਆਦਾ ਹੁੰਦੀ ਹੈ। ਸੋ 1048 ਦੀ ਆਈ ਥਿੰਕ ਟਿਕਟ ਸ਼ੋ ਕਰ ਰਹੀ ਸੀਗੀ। ਤੇ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਮਤਲਬ ਇਹ ਤਾਂ ਨਹੀਂ ਕਿ ਹਲਵਾਰਾ 에ਅਰਪੋਰਟ ਜਿਹੜਾ ਹੈ ਉਹ ਨਹੀਂ ਚੱਲੇਗਾ? ਨਹੀਂ, ਹਲਵਾਰਾ 에ਅਰਪੋਰਟ ਤਾਂ ਦੇਖੋ ਬਣ ਰਿਹਾ, ਉਹ ਤਾਂ ਚੱਲਣਾ ਹੀ ਹੈਗਾ। 2-3 ਮਹੀਨੇ 6 ਮਹੀਨੇ ਲੱਗ ਸਕਦੇ ਆ, ਪਰ ਮੈਨੂੰ ਉਮੀਦ ਹੈ ਅਗਲੇ ਸਾਲ ਸਾਨੂੰ ਉੜਦੀਆਂ ਫਲਾਈਟਾਂ ਹਲਵਾੜਾ ਤੋਂ ਦਿਖਣਗੇ ਕਿਉਂਕਿ ਹਲਵਾੜਾ ਹੀ ਮੇਨ 에ਅਰਪੋਰਟ ਹੈ। ਉੱਥੋਂ ਹੀ ਪ੍ਰੈਕਟੀਕਲੀ ਵੱਡੇ ਜਹਾਜ਼ ਉੜ ਸਕਣਗੇ ਦਿੱਲੀ, ਬੰਬੇ, ਬੈਂਗਲੌਰ, ਕੈਲਕਟਾ, ਪੂਨਾ, ਅਹਿਮਦਾਬਾਦ, ਸੂਰਤ ਇਦਾਂ ਦੇ ਸ਼ਹਿਰਾਂ ਨੂੰ, ਤਾਂ ਹੀ ਜਿਹੜੀ ਫੀਜ਼ੀਬਿਲਿਟੀ ਬਣੇਗੀ। ਨਹੀਂ ਤਾਂ ਇਹ ਜਿਹੜਾ 19 ਸੀਟਰ ਜਹਾਜ਼ ਗਾਜ਼ੀਆਬਾਦ ਨੂੰ ਇੱਕ ਖਾਲੀ ਇੱਕ ਕਹਿ ਸਕਦੇ ਹਾਂ ਨਾਮ ਦੇ ਲਈ ਫਲਾਈਟ ਹੈ, ਪਰ ਵੀ ਆਰ ਆਲ ਵੇਟਿੰਗ ਫॉर ਹਲਵਾੜਾ ਟੂ ਗੈਟ ਫੰਕਸ਼ਨਲ। ਹੋਰ ਉਹ ਡੈਫੀਨਿਟਲੀ ਹੋਵੇਗਾ। ਤੁਹਾਡੀ ਇਸ ਬਾਰੇ ਕੀ ਰਾਏ ਹੈ? ਕਮੈਂਟ ਕਰਕੇ ਜ਼ਰੂਰ ਦੱਸਿਓ। ਫਿਲਹਾਲ ਦਿਓ ਇਜਾਜ਼ਤ, ਕੱਲ ਫਿਰ ਹਾਜ਼ਰ ਹੋਵਾਂਗੇ। ਬਨੇ ਰਹੋ ਲੁਧਿਆਣਾ ਪੋਸਟ ਦੇ ਨਾਲ।